ਕਰੋਨਾ ਮਹਾਮਾਰੀ ਨਾਲ ਜਿੱਥੇ ਪੂਰਾ ਵਿਸ਼ਵ ਜੂਝ ਰਿਹਾ ਹੈ, ਉੱਥੇ ਮੋਹਾਲੀ ਨਿਵਾਸੀਆਂ ਲਈ ਬੜੀ ਖੁਸ਼ਖਬਰੀ ਆਈ ਹੈ। ਮੋਹਾਲੀ ਦੇ ਵਿੱਚ ਲਗਭਗ ਕਰੋਨਾ ਵਾਇਰਸ ਦੇ ਜਿਹੜੇ ਕੇਸ ਸੀਗੇ, ਐਕਟਿਵ ਕੇਸ ਸੀਗੇ, ਉਹ ਖਤਮ ਹੋ ਰਹੇ ਨੇ ਤੇ 105 ਮਰੀਜ਼ ਹੁਣ ਤੱਕ ਮੋਹਾਲੀ ਦੇ ਵਿੱਚ ਕਰੋਨਾ ਵਾਇਰਸ ਦੇ ਆਏ ਸਨ, ਜਿਨ੍ਹਾਂ ਵਿੱਚ 102 ਮਰੀਜ਼ ਠੀਕ ਹੋ ਚੁੱਕੇ ਹਨ ਤੇ 3 ਜੋ ਮਰੀਜ਼ ਸੀ ਉਹਨਾਂ ਦੀ ਮੌਤ ਹੋਈ ਹੈ। ਤੇ ਮੋਹਾਲੀ ਦੇ ਵਿੱਚ ਕਿੱਦਾਂ ਇਸ ਕਰੋਨਾ ਵਾਇਰਸ ਨਾਲ ਲੜਿਆ ਗਿਆ, ਕਿਵੇਂ ਕਰੋਨਾ ਵਾਇਰਸ ਨੂੰ ਕੰਟਰੋਲ ਕੀਤਾ ਗਿਆ, ਉਹਦੀ तमाम ਜਾਣਕਾਰੀ ਦੇਣ ਲਈ ਅੱਜ ਅਸੀਂ ਸਿਵਲ ਸਰਜਨ ਦਫ਼ਤਰ ਦੇ ਵਿੱਚ ਆਏ ਹਾਂ। ਸਿਵਲ ਸਰਜਨ ਮਨਜੀਤ ਸਿੰਘ ਜੀ ਮੋਹਾਲੀ ਦੇ, ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਕੀ ਉਪਰਾਲਾ ਕੀਤਾ, ਕਿੱਦਾਂ ਇੱਕ ਵਾਰ ਮੋਹਾਲੀ ਜਿਹੜਾ ਹੌਟ ਜ਼ੋਨ ਦੇ ਵਿੱਚ ਆ ਗਿਆ ਸੀਗਾ, ਰੈੱਡ ਜ਼ੋਨ ਦੇ ਵਿੱਚ ਆ ਗਿਆ ਸੀਗਾ, ਤੇ ਕਿੱਦਾਂ ਉਹਨਾਂ ਨੇ ਕੰਟਰੋਲ ਕੀਤਾ। ਸਿਵਲ ਸਰਜਨ ਸਾਹਿਬ, ਕਿੱਦਾਂ ਤੁਸੀਂ ਕਰੋਨਾ ਵਾਇਰਸ ਨੂੰ ਕੰਟਰੋਲ ਕੀਤਾ, ਕਿੱਦਾਂ ਐਡੀ ਬੜੀ ਮਹਾਮਾਰੀ ਨਾਲ ਲੜਨ 'ਚ ਮੋਹਾਲੀ ਜ਼ਿਲ੍ਹਾ ਸક્ષਮ ਹੋਇਆ। देखो, पहली तो गल मैं यही कहना चाहूँगा कि भी जिहड़ा हले बैटल इज़ नॉट ओवर। जिहड़े साडे एक्टिव केस जरूर जीरो होया है, पर हले आपां ये नहीं कह सकते जिन्ना चिर ये तकरीबन 28 दिन होर कोई केस नहीं आंदा भी आपां नूं कोई मुक्ति मिल गई है। फाइट इज स्टिल देयर। तो बेसिकली सब तो पहला तो मैं परमात्मा का शुक्रिया अदा करदा कि जिन्हें साडे ते मेहर कीती, सारे साडे मेरे ते भी, साडे डॉक्टर्स ते भी, साडे पैरामैडिकल स्टाफ ते भी, ते साडे बाकी आशा वर्कर्स ते होर फील्ड स्टाफ है जिन्ना कि सानू कदे डर नहीं लग्या। बहुत सारिया गल्लां इस तरह होंदियां भी जदों साडे सब तो पहला साडे 20 मार्च नूं केस आया सी ते वो NRI दे केस सीगा, एक गुरदेव कौर सीगी लेडी इत्थे दी, वो पॉजिटिव आई सी। सो उस तो असी शुरू होए, तो पर शुरू तो ही मैं कहना चाहूँगा भी मैं जदों भी असी साडे जिहदी भी ड्यूटी लगी, साडे जिहड़े वर्कर सी उन्होंने कदे पिठ नहीं दिखाई। ਡਾਕਟਰ ਸਾਹਿਬ, ਡਾਕਟਰਾਂ ਦੀ ਇੱਕ ਸ਼ਿਕਾਇਤ ਵੀ ਆਉਂਦੀ ਰਹੀ ਹੈ PPE ਕਿਟਸ ਨੂੰ ਲੈ ਕੇ, ਮਾਸਕ ਨੂੰ ਲੈ ਕੇ, ਉਹ ਤੁਸੀਂ ਕਿੱਦਾਂ ਉਹਨਾਂ ਨੂੰ ਸਰ ਕੀਤਾ? ਕਿਉਂਕਿ ਡਾਕਟਰਸ ਹਮੇਸ਼ਾ ਅਕਸਰ ਸ਼ਿਕਾਇਤ ਕਰਦੇ ਰਹੇ ਹੈ। ਪਿੱਛੇ ਮੋਹਾਲੀ ਤੇ ਅੰਮ੍ਰਿਤਸਰ ਤੇ ਲੁਧਿਆਣੇ ਦੇ ਵਿੱਚ ਵੀ ਇਹ ਮਸਲਾ ਆਇਆ ਸੀਗਾ, ਡਾਕਟਰਾਂ ਨੇ ਹੜਤਾਲ ਕੀਤੀ, ਨਾਅਰੇਬਾਜ਼ੀ ਕੀਤੀ, ਤੇ ਮੋਹਾਲੀ 'ਚ ਇੱਦਾਂ ਦੀ ਕੋਈ ਘਟਨਾ ਦੇਖਣ ਨੂੰ ਨਹੀਂ ਮਿਲੀ। देखो, मैं अज भी कह सकदा कि साडे कोल किसी तरह की भी ਜਿਹੜੀ ਸਪਲਾਈ ਦੀ ਕੋਈ ਘਾਟ ਕਿਸੇ ਚੀਜ਼ ਦੀ ਨਹੀਂ ਰਹੀ। ਪੰਜਾਬ ਸਰਕਾਰ ਵੱਲੋਂ ਸਾਨੂੰ ਜੋ ਵੀ ਸਾਡੀ ਡਿਮਾਂਡ ਸੀਗੀ ਉਸ ਹਿਸਾਬ ਨਾਲ ਸਾਰਾ ਲੌਜਿਸਟਿਕਸ ਦਿੱਤੇ ਜਾਂਦੇ ਸੀ, ਔਰ ਅਸੀਂ SMOs ਨੂੰ ਆਪ ਫੋਨ ਕਰਕੇ ਮੇਰੇ ਸਾਰੇ ਅਫਸਰ ਸਬਾਨ ਜਿਹੜੇ ਡਿਸਟ੍ਰਿਕਟ ਦੇ ਹੈਗੇ ਆ ਉਹ ਪੁੱਛਦੇ ਹੁੰਦੇ ਸੀ ਵੀ ਦੱਸੋ ਕੀ ਚਾਹੀਦਾ। ਤੇ ਉਸ ਤੋਂ ਵੀ ਜ਼ਿਆਦਾ ਮਤਲਬ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਵੀ ਸਾਡੇ ਇੰਨੇ ਕੁ ਲੋਕਾਂ ਨੇ ਸਾਨੂੰ ਡੋਨੇਸ਼ਨਸ ਵੀ ਇੰਨੀਆਂ ਦਿੱਤੀਆਂ कि सानू किसी भी चीज़ की कदे भी थोड़ नहीं आई। जदों तुसी जी ला के काम करते हो, अपने इलाका निवासियों नू नाल लैके चलते हो, अपनी टीम नू नाल लैके तुरते हो, तो यह जिहियां घाटां कदे आंदियां नहीं हुंदियां। असी सारी टीम नू शुरू तो ही यह कहा कि असी तुहाडे नाल आ, जिथे भी तुहानू कोई जिथे भी कोई घबराहट हुंदी है, कुछ हुंदी है, मैं जां मेरे जिहड़े अफसर ने, मेरे ਜ਼ਿਲ੍ਹੇ ਦੇ ਅਫਸਰ ਜਾਂ SMO ਉਹ ਨਾਲ ਤੁਰ ਕੇ ਜਾਂਦੇ ਤੇ ਪ੍ਰੋਬਲਮ ਜਿਹੜੀਆਂ ਸੋਲਵ ਕਰ ਦਿੰਦੇ। ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਵੀ EMPLOYE ਵੱਲੋਂ ਕੋਈ ਸਾਨੂੰ ਕੰਪਲੇਂਟ ਨਹੀਂ ਮਿਲੀ, ਇੱਕ ਵੀ ਨਹੀਂ। ਅਰੇ ਰਾਦਰ ਅਸੀਂ ਜਿਹੜੇ ਜਦੋਂ ਅਸੀਂ ਜਿਵੇਂ ਸਾਡੇ ਕਈ ਇਲਾਕੇ ਆਏ ਸੀ ਜਿੱਥੇ ਸਾਡੇ ਤੇ ਬਹੁਤ ਜ਼ਿਆਦਾ ਇੱਕ ਕਿਸਮ ਦਾ ਕਸ਼ਟ ਆ ਗਿਆ ਸੀ, ਐਂ ਕਹ ਲਓ ਵੀ ਜਵਾਹਰਪੁਰ ਇੱਕ ਛੋਟਾ ਜਿਹਾ ਪਿੰਡ ਸੀ ਇੱਥੇ, ਤੇ ਉਹਦੇ ਵਿੱਚ 2 ਅਪ੍ਰੈਲ ਤੋਂ ਕੇਸ ਹੋਣੇ ਸ਼ੁਰੂ ਹੋਏ ਤੇ ਥੋੜ੍ਹੇ ਦਿਨਾਂ ਵਿੱਚ ਹੀ 46 ਕੇਸ ਉੱਥੇ ਦੇ ਹੋ ਗਏ, ਜਿਹੜੀ ਕਿ ਬਹੁਤ ਵੱਡੀ ਗੱਲ ਸੀ। ਡਾਕਟਰ ਸਾਹਿਬ, ਇੱਕ ਲੋਕਾਂ ਦੇ ਵਿੱਚ ਇੱਕ ਵਿਚਾਰ ਪਾਇਆ ਜਾ ਰਿਹਾ ਕਿ ਹੁਣ ਜਦੋਂ ਗਰਮੀ ਵਧੇਗੀ ਤਾਂ ਉਦੋਂ ਕਰੋਨਾ ਵਾਇਰਸ ਖਤਮ ਹੋ ਜਾਏਗਾ, ਤੇ ਹੁਣ ਤਾਂ ਮਾਨਸੂਨ ਦਾ ਸੀਜ਼ਨ ਵੀ ਸਿਰ 'ਤੇ ਆ ਗਿਆ। ਕੀ ਲੱਗਦਾ ਕਿ ਆਉਣ ਵਾਲੇ ਜਿਹੜੇ ਮਹੀਨੇ ਆ ਉਹ ਕਰੋਨਾ ਵਾਇਰਸ ਲਈ ਖਤਰਨਾਕ ਹੋਏਗਾ, ਕਰੋਨਾ ਵਾਇਰਸ ਜ਼ਿਆਦਾ ਫੈਲੇਗਾ? ਮੈਂ ਉਹੀ ਤੁਹਾਡੇ ਸਵਾਲ ਦਾ ਜਵਾਬ ਇਹ ਦੇਣਾ ਚਾਹੁੰਦਾ ਵੀ ਇਹ ਟੋਟਲੀ ਅਨਪ੍ਰੈਡਿਕਟੇਬਲ ਹੈ। ਹਲੇ ਕਿਆਫੇ ਨੇ
ਸਾਰਿਆਂ ਦੇ, ਚਾਹੇ ਉਹ ਅਮਰੀਕਾ ਹੋਵੇ, ਚਾਹੇ ਚਾਈਨਾ ਹੋਵੇ, ਜਾਂ ਹੋਰ ਕੋਈ ਕੰਟਰੀ ਹੋਵੇ, ਜਾਂ ਆਪਣਾ ਮੁਲਕ ਹੋਵੇ, ਜਾਂ WHO ਹੋਵੇ, ਉਹ ਕੇਸਾਂ ਨੂੰ ਦੇਖਣ ਤੋਂ ਬਾਅਦ ਹੀ ਥੋੜ੍ਹਾ ਸੋਚਦੇ ਨੇ। ਬਾਕੀ ਜਿੱਥੋਂ ਤੱਕ ਲੱਗਦਾ ਹੈ ਕਿ ਜਿਹੜੀਆਂ ਆਮ ਵਾਇਰਲ ਡਿਜ਼ੀਜ਼ਸ ਹੁੰਦੀਆਂ, ਜੇ ਆਪਾਂ ਉਹਨਾਂ ਨਾਲ ਕੰਪੇਅਰ ਕਰੀਏ, ਉਹ ਗਰਮੀ ਦੇ ਮੌਸਮ 'ਚ ਘਟ ਜਾਂਦੀਆਂ। ਪਰ ਇਹਦੇ ਵਾਇਰਸ ਬਾਰੇ ਹਾਲੇ ਬਹੁਤਾ ਜ਼ਿਆਦਾ ਨਹੀਂ ਪਤਾ, ਆਪਾਂ ਕੋਈ ਪ੍ਰੈਡਿਕਸ਼ਨ ਨਹੀਂ ਕਰ ਸਕਦੇ। ਡਾਕਟਰ ਸਾਹਿਬ, ਤੁਸੀਂ ਕਿਹਾ ਵੀ ਅਮਰੀਕਾ, ਹੋਰ ਦੇਸ਼ਾਂ ਦੀ ਵੀ ਗੱਲ ਕੀਤੀ ਹੈ, ਤੇ ਅਮਰੀਕਾ ਤਾਂ ਸਿੱਧਾ ਸਿੱਧਾ ਆਰੋਪ ਲਗਾ ਰਿਹਾ ਹੈ ਚਾਈਨਾ ਦੇ ਉੱਤੇ ਕਿ ਚਾਈਨਾ ਨੇ ਇਹ ਕ੍ਰੀਏਟ ਕੀਤਾ ਵਾਇਰਸ। ਤੁਹਾਨੂੰ ਕੀ ਲੱਗਦਾ, ਤੁਹਾਡੀ ਰਿਸਰਚ ਕੀ ਕਹਿੰਦੀ ਹੈ, ਤੁਹਾਡੀ ਟੀਮ ਕੀ ਕਹਿੰਦੀ ਹੈ ਕਿ ਇਹ ਵਾਇਰਸ ਨੈਚੁਰਲ ਹੈ ਜਾਂ ਕ੍ਰੀਏਟ ਕੀਤਾ ਗਿਆ? ਦੇਖੋ, ਇਸ ਤਰ੍ਹਾਂ ਹੈ, ਮੈਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਜਿਵੇਂ ਅਸੀਂ ਜਵਾਹਰਪੁਰ 'ਚ ਲੜੇ, ਜਿਵੇਂ ਛੋਟਾ ਜਿਹਾ ਪਿੰਡ 'ਚ ਇੰਨੇ ਕੇਸ, ਉਦੋਂ ਪੰਜਾਬ 'ਚ ਜਿੰਨੇ ਇਕੱਲੇ ਮੋਹਾਲੀ 'ਚ ਕੇਸ ਸੀਗੇ, ਉਹਨੇ ਮੇਰਾ ਖਿਆਲ ਸਾਰੇ ਪੰਜਾਬ 'ਚ ਕੁੱਲ ਕੇਸ ਸੀਗੇ। ਪਰ ਸਾਡੀ ਟੀਮ ਘਬਰਾਈ ਨਹੀਂ, ਔਰ ਹਮੇਸ਼ਾ ਅਸੀਂ ਵੱਧ ਤੋਂ ਵੱਧ ਸੈਂਪਲਿੰਗ ਉੱਥੇ ਕੀਤੀ ਪਿੰਡ 'ਚ, ਵੀ ਜਿੰਨੇ ਮਰਜ਼ੀ ਕੇਸ ਨਿਕਲ ਆਉਣ, ਐਟਲੀਸਟ ਜੇ ਅਸੀਂ ਕੇਸ ਆਇਡੈਂਟੀਫਾਈ ਕਰਾਂਗੇ ਤਾਂ ਅਸੀਂ ਉਹਦੀ ਸਪਰੈਡ ਰੋਕ ਸਕਦੇ ਹਾਂ। ਸਾਡਾ ਪਹਿਲਾ ਮਿਸ਼ਨ ਇਹੀ ਸੀ ਵੀ ਆਪਾਂ ਨੂੰ ਦੁਸ਼ਮਣ ਜਿਹੜਾ ਹੈਗਾ ਉਹ ਲੱਭਣਾ ਚਾਹੀਦਾ ਹੈਗਾ, ਜਿੱਥੇ ਵੀ ਲੁਕਿਆ ਬੈਠਾ। ਉਹਦੇ ਨਾਲ ਜੇ ਨੰਬਰ ਵੱਧ ਵੀ ਜਾਊਗਾ ਤਾਂ ਕੋਈ ਫਰਕ ਨਹੀਂ। ਔਰ ਇਹੀ ਮੇਰੇ ਹਿਸਾਬ ਨਾਲ ਸਾਡਾ ਜਿਹੜਾ ਸਭ ਤੋਂ ਵੱਡਾ ਕੰਟੈਕਟ ਫਾਈਂਡਿੰਗ, ਟ੍ਰੇਸਿੰਗ, ਫਿਰ ਉਹਨਾਂ ਦੀ ਸੈਂਪਲਿੰਗ ਹੀ ਸਾਡਾ ਸਭ ਤੋਂ ਵੱਡਾ ਹਥਿਆਰ ਸੀ। ਜਿੱਥੋਂ ਤੱਕ ਤੁਸੀਂ ਜਿਹੜਾ ਸਵਾਲ ਕੀਤਾ ਹੈਗਾ, ਜਿਹੜਾ ਸਿਆਣਾ ਫੌਜੀ ਹੁੰਦਾ ਨਾ, ਉਹਨੂੰ ਇਹ ਹੁੰਦਾ ਵੀ ਮੈਂ ਦੁਸ਼ਮਣ ਨਾਲ ਲੜਨਾ। ਦੁਸ਼ਮਣ ਕਿਸ ਰੂਪ 'ਚ ਆਇਆ, ਕਿਸ ਹਥਿਆਰ ਲੈ ਕੇ ਆਇਆ, ਉਹ ਨੈਚੁਰਲ ਹੈ, ਅਨਨੈਚੁਰਲ ਹੈ, ਜੋ ਮਰਜ਼ੀ ਹੈ, ਅਸੀਂ ਸਿਰਫ ਇਹ ਟਾਰਗੇਟ ਲੈ ਕੇ ਚੱਲੇ। ਕਿਉਂਕਿ ਜਿਹੜਾ ਐਲੀਗੇਸ਼ਨਸ ਨੇ ਉਹ ਬਹੁਤ ਸਾਰੇ, ਜਿਹੜੀਆਂ ਪੋਲੀਟੀਕਲ ਗੱਲਾਂ ਵੀ ਹੁੰਦੀਆਂ ਨੇ, ਕੰਟਰੀਜ਼ ਦੇ ਵੀ, ਇੰਟਰਨੈਸ਼ਨਲ ਲੈਵਲ ਦੇ ਵੀ ਹੁੰਦੇ ਨੇ। ਜਿੰਨਾ ਚਿਰ ਤੱਕ ਇਹ ਡਿਜ਼ੀਜ਼ ਖਤਮ ਹੋਊਗੀ, ਜਦੋਂ ਪੋਸਟਮਾਰਟਮ ਹੋਊਗਾ, ਜਿਹੜੇ ਚੰਗੇ ਡਾਕਟਰ ਹੁੰਦੇ ਨੇ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਪਹਿਲਾਂ ਕਦੇ ਕਮੈਂਟਿੰਗ ਨਹੀਂ ਕਰਦੇ। ਸੋ ਅਸੀਂ ਕਹਿ ਨਹੀਂ ਸਕਦੇ ਵੀ ਇਹ ਕਿਹਦਾ ਹੈ, ਕਿਵੇਂ ਹੈ, ਨੈਚੁਰਲ ਹੈ, ਅਨਨੈਚੁਰਲ ਹੈ। ਇਹ ਹੌਲੀ ਹੌਲੀ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਜਾਣੀਆਂ। ਤੇ ਡਾਕਟਰ ਸਾਹਿਬ, ਜਿੱਦਾਂ ਹੁਣ ਲੋਕਡਾਊਨ ਦੇ ਵਿੱਚ ਕਾਫੀ ਸਹੂਲਤਾਂ ਦੇ ਦਿੱਤੀਆਂ ਜਾ ਚੁੱਕੀਆਂ, ਤੇ ਫੈਕਟਰੀਆਂ ਵੀ ਸ਼ੁਰੂ ਹੋ ਗਈਆਂ, ਤੇ ਕੀ ਲੱਗਦਾ ਹੈ ਕਿ ਲੋਕਾਂ ਨੂੰ ਕਿਹੜੇ ਹੁਣ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਕਿ ਇਹ ਲੋਕਡਾਊਨ ਦੇ ਵਿੱਚ ਜੋ ਛੂਟਾਂ ਦਿੱਤੀਆਂ ਉਹਨਾਂ ਨਾਲ ਇਹ ਸਪਰੈਡ ਵਧੇਗਾ, ਜਾਂ ਕੋਈ ਲੋਕਾਂ ਨੂੰ ਜੇ ਕੁਝ ਨਿਯਮ ਕਾਨੂੰਨ ਦਾ ਪਾਲਣ ਕਰਦੇ ਨੇ ਤਾਂ ਇਹ ਰੁਕ ਸਕਦਾ? ਦੇਖੋ, ਹਲੇ ਕੰਟਰੀ ਵਿੱਚ ਕਈ ਸੂਬਿਆਂ 'ਚ ਕਾਫੀ ਫਿਗਰ ਆ ਰਹੀ ਹੈ। ਸੋ ਇਸ ਕਰਕੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਇਹ ਕੋਈ ਖਤਮ ਹੋਣ ਵੱਲ ਜਾ ਰਿਹਾ ਹੈ ਇਮੀਡੀਏਟਲੀ ਹਲੇ, ਕਿਉਂਕਿ ਸਰਕਾਰ ਨੇ ਵੀ ਲੋਕਡਾਊਨ ਖੋਲ੍ਹਣ ਤੋਂ ਬਾਅਦ ਲੋਕਾਂ ਨੂੰ ਕਾਫੀ ਖੁੱਲ੍ਹ ਦਿੱਤੀ ਹੈ। ਹੁਣ ਹਰੇਕ ਫੈਕਟਰੀਆਂ ਵੀ ਚੱਲਣੀਆਂ ਸ਼ੁਰੂ ਹੋ ਗਈਆਂ, ਤੇ ਆਫਿਸਿਸ ਵੀ ਖੁੱਲ੍ਹਣੇ ਸ਼ੁਰੂ ਹੋ ਗਏ ਨੇ, ਤੇ ਸ਼ਾਪਸ ਵੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਨੇ। ਇਹ ਸਾਰਾ ਕੁਝ ਹੋਣ ਤੋਂ ਬਾਅਦ 1 ਮਹੀਨੇ ਦੇ ਵਿੱਚ ਇਹ ਪਤਾ ਲੱਗੂਗਾ ਵੀ ਕੀ ਇਹ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਕੋਈ ਇਹ ਜਿਹੜੀ ਸਪਰੈਡ ਹੋਈ ਹੈ ਜਾਂ ਨਹੀਂ ਹੋਈ। ਜੇ ਨਹੀਂ ਹੋਈ ਜਾਂ ਬਹੁਤ ਇੱਕਾ ਦੁੱਕਾ ਹੀ ਹੋਈ ਹੈ ਤਾਂ ਆਪਾਂ ਇਹਨੂੰ ਕੰਟੇਨ ਕਰ ਲਾਂਗੇ। ਲੋਕਡਾਊਨ ਖੁੱਲ੍ਹਣ ਤੋਂ ਬਾਅਦ ਕੇਸ ਤਾਂ ਬਹੁਤ ਵਧੇ ਨੇ, 5000 ਤੋਂ ਉੱਪਰ ਦੀ ਤਾਦਾਦ ਹੋ ਗਈ ਹਿੰਦੁਸਤਾਨ ਦੇ ਵਿੱਚ। ਮੈਂ ਉਹੀ, ਜਿੱਥੋਂ ਤੱਕ ਜੇ ਆਪਾਂ ਆਪਣੇ ਪੰਜਾਬ ਦੇ ਸੂਬੇ ਨੂੰ ਲਈਏ ਤਾਂ ਉੱਥੇ ਇਸ ਤਰ੍ਹਾਂ ਦੇ ਰਿਜ਼ਲਟ ਨਹੀਂ ਹੈ। ਸੋ ਮੈਂ ਆਪਣੇ ਸੂਬੇ ਬਾਰੇ ਇਹ ਕਹਿ ਸਕਦਾ ਵੀ ਸਾਡੇ ਸਾਰੇ ਜ਼ਿਲ੍ਹੇ, ਸਾਰੀਆਂ ਟੀਮਾਂ ਬਹੁਤ ਜ਼ੋਰ ਨਾਲ ਕੰਮ ਕਰ ਰਹੀਆਂ। ਸਾਡੇ ਸਿਹਤ ਮੰਤਰੀ ਜੀ ਵੀ ਆਪ, ਸਾਡੇ ਸਾਰੇ ਹੋਰ ਅਫਸਰ ਸਾਹਿਬਾਨ ਵੀ, ਤੇ ਸਾਰੇ ਪੂਰੇ ਜੁੱਝ ਕੇ ਲੱਗੇ ਹੋਏ ਆ। ਸਾਡੇ ਸਾਰੇ ਡਾਕਟਰ, ਸਾਡੇ ਪੈਰਾਮੈਡੀਕਲ, ਤੇ ਉਹਨਾਂ ਤੋਂ ਗੱਲਾਂ ਤੋਂ ਲੱਗਦਾ ਵੀ ਜੇ ਆਪਾਂ ਇਕਜੁੱਟ ਹੋ ਕੇ ਲੜਾਂਗੇ ਤੇ ਪੰਜਾਬੀ ਜਿੰਨੇ ਵੀ ਨੇ, ਜੇ ਉਹ ਸਾਡੀਆਂ ਗੱਲਾਂ ਨੂੰ ਫੋਲੋ ਕਰਨਗੇ, ਚਾਹੇ ਉਹ ਅਸੀਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰੀਏ, ਚਾਹੇ ਉਹ ਮਾਸਕ ਪਹਿਨਣ ਦੀ ਗੱਲ ਕਰੀਏ, ਤੇ ਚਾਹੇ ਉਹ ਜਿਹੜੇ ਹੈਗੇ ਆ ਵੀ ਜੇ ਕਿਸੇ ਨੂੰ ਖੰਘ, ਜ਼ੁਕਾਮ ਜਾਂ ਬੁਖਾਰ ਹੈਗਾ, ਉਹ ਅਰਲੀ ਸਟੇਜ ਤੇ ਉਹਨੂੰ ਸਾਡੇ ਫਲੂ ਕਾਰਨਰ 'ਚ ਲੈ ਕੇ ਆਉਣ ਦੀ ਗੱਲ ਕਰੀਏ, ਤਾਂ ਜੋ ਉਹਦੀ ਸੈਂਪਲਿੰਗ ਹੋ ਸਕੇ। ਜੇ ਆਪਾਂ ਅਰਲੀ ਡਿਟੈਕਟ ਕਰ ਲਾਂਗੇ, ਉਹਦਾ ਫਾਇਦਾ ਇਹ ਹੋ ਜਾਂਦਾ, ਇੱਕ ਤਾਂ ਉਹ ਮੋਸਟਲੀ ਏਸਿਮਟੋਮੈਟਿਕ ਜਾਂ ਮਾਈਲਡਲੀ ਸਿੰਪਟੋਮੈਟਿਕ ਹੁੰਦਾ, ਤੇ ਉਹਨੂੰ ਟਰੀਟ ਕਰਨਾ ਬੜਾ ਸੌਖਾ ਹੁੰਦਾ। ਤੇ ਦੂਜਾ ਇਹ ਹੁੰਦਾ ਵੀ ਉਹਦੇ ਤੋਂ ਜਿਹੜੀ ਹਾਲੇ ਸਪਰੈਡ ਨਹੀਂ ਹੋਈ ਹੁੰਦੀ ਜਿਹੜੀ ਆਪਾਂ। ਸੋ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਕਰਾਂਗੇ ਤਾਂ ਇਹ ਜਿਹੜੀ ਚੀਜ਼ ਹੈ, ਇਹਨੂੰ ਆਪਾਂ ਬਿਮਾਰੀ ਨੂੰ ਠੱਲ ਪਾ ਸਕਦੇ ਹਾਂ। ਔਰ ਮੈਂ ਤਾਂ ਇਹ ਸਮਝਦਾ ਕਿ ਇਹ ਇਕੱਲੀ ਸਰਕਾਰ ਜਾਂ ਸਾਡਾ ਮਹਿਕਮਾ ਨਹੀਂ ਕਰ ਸਕਦੇ। ਇਹ ਜਿੰਨਾ ਚਿਰ ਤੱਕ ਲੋਕੀ ਨਾਲ ਨਹੀਂ ਜੁੜਨਗੇ ਤੇ ਲੋਕੀ ਡਾਇਰੈਕਸ਼ਨਸ ਨੂੰ ਇਨ ਬਿਨ, ਜਿਵੇਂ ਜਿਹਨੂੰ ਆਪਾਂ ਇਹ ਕਹਿੰਦੇ ਹੁੰਦੇ ਆ ਵੀ ਆਪਾਂ ਨੂੰ ਇਹ ਚੀਜ਼ ਜਿਹੜੀ ਹੈਗੀ ਆ ਰਿਲੀਜੀਅਸਲੀ ਫੋਲੋ ਕਰਨੀ ਚਾਹੀਦੀ ਹੈ। ਸੋ ਜੇ ਇਹ ਡਾਇਰੈਕਸ਼ਨਸ ਨੂੰ ਇਹ ਰਿਲੀਜੀਅਸਲੀ ਫੋਲੋ ਨਹੀਂ ਕਰਾਂਗੇ
ਤਾਂ ਆਪਾਂ ਨੂੰ ਨੁਕਸਾਨ ਹੋ ਸਕਦਾ। ਜਵਾਹਰਪੁਰ ਵਰਗੇ ਇੰਸੀਡੈਂਟਸ ਤੋਂ ਤਾਂ ਆਪਾਂ ਨੂੰ ਬਿਲਕੁਲ ਸਬਕ ਲੈਣਾ ਚਾਹੀਦਾ ਵੀ ਜੇ ਉਹ ਇੱਕ ਵੀ ਸ਼ੇਪਡ ਸਟਰੀਟ ਹੈ ਉੱਥੇ ਛੋਟੀ ਜੀ ਨਾਲ ਉਹ ਸਾਰਾ ਪਿੰਡ ਬਾਕੀ ਬਚਿਆ ਰਿਹਾ, ਉਹਦੇ 'ਚ ਜਿੰਨੇ 6-7 ਘਰ ਸੀਗੇ ਉਹਨਾਂ ਦਾ ਕੋਈ ਮੈਂਬਰ ਨਹੀਂ ਬਚਿਆ ਜੀ। ਵੱਡੇ ਤੋਂ ਬੁੱਢੇ ਤੋਂ ਲੈ ਕੇ ਬੱਚੇ ਤੱਕ ਸਾਰੇ ਜਣੇ ਇਨਵੋਲਵ ਹੋਏ। ਇਹ ਤੋਂ ਪਤਾ ਲੱਗਦਾ ਹੈ ਵੀ ਵਾਇਰਸ ਜਿਹੜਾ ਹੈਗਾ ਕਿੰਨਾ ਕੰਟੇਜੀਅਸ ਸੀ, ਇੱਕਦਮ ਦੂਜੇ ਕੋਲ ਚਲੇ ਜਾਂਦਾ, ਸਾਰੇ ਪਰਿਵਾਰ 'ਚ ਚਲੇ ਜਾਂਦਾ। ਸੋ ਇਹਨਾਂ ਚੀਜ਼ਾਂ ਤੋਂ ਜੇ ਆਪਾਂ ਸਬਕ ਲੈ ਲਾਂਗੇ ਤਾਂ ਜਿਹੜਾ ਹੈਗਾ ਮੇਰਾ ਖਿਆਲ ਆ ਆਪਾਂ ਛੇਤੀ ਇਹਨੂੰ ਬਿਮਾਰੀ ਨੂੰ ਠੀਕ ਕੰਟੇਨ ਕਰਨ 'ਚ ਕਾਮਯਾਬ ਹੋ ਸਕਦੇ ਹਾਂ। ਡਾਕਟਰ ਸਾਹਿਬ, ਇੱਕ ਸਵਾਲ ਹਰ ਘਰ ਦੇ ਵਿੱਚ ਆਮ ਹੈ ਕਿ ਸਕੂਲ ਕਦੋਂ ਖੁੱਲਣਗੇ, ਇੰਸਟੀਚਿਊਟ ਕਦੋਂ ਖੁੱਲਣਗੇ? ਕੀ ਲੱਗਦਾ ਕਿ ਹੁਣ ਢੁਕਵਾਂ ਸਮਾਂ ਆ ਗਿਆ ਵੀ ਇਹ ਸਕੂਲ ਕਾਲਜਿਸ ਜਿਹੜੇ ਆ ਖੋਲ੍ਹ ਦਿੱਤੇ ਜਾਣ? ਜੇ ਖੋਲ੍ਹੇ ਜਾਣਗੇ ਤਾਂ ਤੁਹਾਡੇ ਵੱਲੋਂ ਕੀ ਹਦਾਇਤਾਂ ਹੋਣਗੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਸਰਕਾਰ ਹੈ ਉਹ ਹੌਲੀ ਹੌਲੀ ਹਰੇਕ ਸਟੈਪ ਬਾਈ ਸਟੈਪ ਚੱਲ ਰਹੀ ਹੈ। ਤੁਸੀਂ ਨੋਟ ਕੀਤਾ ਹੋਣਾ ਕਿ ਪਹਿਲਾਂ ਹਰ ਇੱਕ ਚੀਜ਼ ਨੂੰ ਬਹੁਤ ਹੌਲੀ ਹੌਲੀ ਜਿਹੜਾ ਖੋਲ੍ਹਿਆ ਗਿਆ, ਚਾਹੇ ਉਹ 33% ਨਾਲ ਪਹਿਲਾਂ ਦਫ਼ਤਰ ਖੋਲ੍ਹੇ ਗਏ, ਫਿਰ ਮੰਡੀਆਂ ਥੋੜ੍ਹਾ ਸੋਸ਼ਲ ਡਿਸਟੈਂਸਿੰਗ ਰੱਖ ਕੇ ਖੋਲ੍ਹੀਆਂ ਗਈਆਂ, ਫਿਰ ਘਰਾਂ 'ਚ ਜਾ ਕੇ ਆਪਾਂ ਨੇ ਸਮਾਨ ਦੇਣਾ ਸ਼ੁਰੂ ਕੀਤਾ, ਫਿਰ ਇਸੇ ਤਰੀਕੇ ਨਾਲ ਹੁਣ ਕਰਫਿਊ 'ਚ ਰਿਲੈਕਸੇਸ਼ਨਾਂ ਹੋਈਆਂ, ਇਸੇ ਤਰ੍ਹਾਂ ਲੋਕਾਂ ਨੂੰ ਅਲਾਓ ਕੀਤਾ ਜਾਣਾ। ਉਹ ਇਹ ਚੀਜ਼ ਕਿਵੇਂ ਕਰਦੀ ਹੈ ਸਰਕਾਰ? ਇਹ ਇਸ ਤਰ੍ਹਾਂ ਕਰਦੀ ਹੈ, ਜਦੋਂ ਵੀ ਆਪਾਂ ਸਾਰੀ ਡਿਜ਼ੀਜ਼ ਦਾ ਪੈਟਰਨ ਸਟੱਡੀ ਕੀਤਾ ਜਾਂਦਾ, ਸਾਰੇ ਕਿੰਨੇ ਕੇਸ ਹੋਏ, ਕਿਵੇਂ ਹੋਏ, ਉਹਨਾਂ ਦੇ ਕੰਟੈਕਟ ਟ੍ਰੇਸਿੰਗ ਜਦੋਂ ਲੈਂਦੇ ਆ, ਕਿਵੇਂ ਤੋਂ ਉਹਨਾਂ ਨੂੰ ਡਿਜ਼ੀਜ਼ ਆਈ। ਇਹ ਸਾਡੇ PGI ਦੇ ਵੀ ਬੜੇ ਐਕਸਪਰਟਸ ਨੇ ਅਤੇ ਹੋਰ ਵੀ ਸਾਡੇ ਡਾਕਟਰਸ ਦੀ ਐਕਸਪਰਟਸ ਦੀ ਕਮੇਟੀ ਹੈ ਚੀਫ ਮਿਨਿਸਟਰ ਸਾਹਿਬ ਨੂੰ ਜੋ ਰਾਏ ਦਿੰਦੀ ਹੈ। ਤਾਂ ਉਹਦੇ ਤੋਂ ਜਦੋਂ ਇਹ ਐਨਾਲਿਸਿਸ ਡਾਟਾ ਹੁੰਦਾ ਹੈ ਫਿਰ ਉਹ ਅਗਲਾ ਸਟੈਪ ਜਿਹੜਾ ਹੈਗਾ ਕੀਤਾ ਜਾਂਦਾ। ਉਹਦੇ ਤੋਂ ਬਾਅਦ ਜਦੋਂ ਉਹ ਦੇਖਿਆ ਜਾਂਦਾ ਵੀ ਹੁਣ ਆਪਾਂ ਨੂੰ ਆਹ ਵੀ ਖੋਲ੍ਹਣਾ ਚਾਹੀਦਾ ਤਾਂ ਉਸ ਤਰੀਕੇ ਨਾਲ ਜਿਹੜਾ ਹੈਗਾ ਖੋਲ੍ਹਿਆ ਜਾਂਦਾ। ਜਦੋਂ ਸਕੂਲਾਂ ਨੂੰ ਵੀ ਖੋਲ੍ਹਿਆ ਜਾਊਗਾ ਤਾਂ ਆਪਾਂ ਦੇਖਿਆ ਹੈਗਾ ਵੀ ਕਈ ਬਾਹਰਲੇ ਮੁਲਕਾਂ 'ਚ ਵੀ, ਮੈਂ ਚਾਈਨਾ ਦਾ ਦੇਖ ਰਿਹਾ ਸੀ, ਉੱਥੇ ਵੀ ਸਕੂਲ ਜਿਹੜੇ ਆ ਖੋਲ੍ਹੇ ਆ ਅਤੇ ਉੱਥੇ ਫਿਰ ਆਪਾਂ ਨੂੰ ਸਟ੍ਰਿਕਟਲੀ ਸਾਰਾ ਕੁਝ ਫੋਲੋ ਕਰਨਾ ਪਊਗਾ, ਚਾਹੇ ਉਹ ਜਿਹੜੇ ਸੋਸ਼ਲ ਡਿਸਟੈਂਸਿੰਗ ਕਿਵੇਂ ਰੱਖਣੀ ਆ, ਬੱਚਿਆਂ ਨੂੰ ਜਦੋਂ ਜਾਂਦੇ ਆ ਤਾਂ ਉਹਨਾਂ ਦਾ ਹੈਂਡ ਸੈਨੀਟਾਈਜੇਸ਼ਨ ਹੋਣੀ ਚਾਹੀਦੀ ਆ, ਅਤੇ ਫਿਰ ਉਹਨਾਂ 'ਚੋਂ ਜੇ ਕਿਸੇ ਨੂੰ ਕੋਈ ਪਤਾ ਹੋਣਾ ਚਾਹੀਦਾ ਜੇ ਕਿਸੇ ਨੂੰ ਬੁਖਾਰ ਜਾਂ ਜ਼ੁਕਾਮ ਹੋ ਗਿਆ ਅਤੇ ਉਹਨੂੰ ਘਰੇ ਕੁਆਰੰਟਾਈਨ ਕਰਨਾ, ਸਕੂਲ 'ਚ ਨਹੀਂ ਬੁਲਾਉਣਾ। ਇਸ ਤਰ੍ਹਾਂ ਦੀਆਂ ਸਾਰੀਆਂ ਗਾਈਡਲਾਈਨਸ ਜਿਹੜੀਆਂ ਨੇ ਇਸ਼ੂ ਕੀਤੀਆਂ ਜਾਣਗੀਆਂ ਜਦੋਂ ਸਕੂਲ ਖੋਲ੍ਹਣੇ ਹੋਣਗੇ ਤਾਂ ਕਿ ਐਟਲੀਸਟ ਸਪਰੈਡ ਨਾ ਹੋਵੇ। ਸਕੂਲਾਂ ਦੇ ਵਿੱਚ 60 70 ਬੱਚਿਆਂ ਦਾ ਬੈਚ ਚੱਲਦਾ ਇੱਕ ਕਲਾਸ ਦੇ ਵਿੱਚ। ਜਿੰਨਾ ਚਿਰ ਇਹ ਡਿਜ਼ੀਜ਼ ਦੀ ਆਪਾਂ ਜਦੋਂ ਚਲਦੀ ਹੋਊਗੀ, ਜੇ ਤਾਂ ਇਹ ਖਤਮ ਹੀ ਹੋਊਗੀ ਫਿਰ ਤਾਂ ਗੱਲ ਡਿਫਰੈਂਟ ਹੈ। ਜੇ ਹਲੇ ਚੱਲਦੀ ਹੋਊਗੀ ਫਿਰ ਨੈਚੁਰਲੀ ਕਲਾਸ ਸਾਈਜ਼ ਆਪਾਂ ਨੂੰ ਘਟਾਉਣੇ ਪੈਣਗੇ, ਬੇਸ਼ੱਕ ਟਾਈਮਿੰਗ ਵਧਾਉਣੀ ਪੈ ਸਕਦੀ ਹੈ, ਅੱਧੇ ਟੀਚਰ ਸਵੇਰੇ ਆ ਜਾਣ ਤੇ ਸ਼ਾਮ ਨੂੰ ਕਲਾਸ ਨੂੰ 2 'ਚ ਵੰਡਿਆ, ਉਹ ਆਪਣਾ ਕੋਈ ਨਾ ਕੋਈ ਮੈਥਡ ਬਣਾਇਆ ਜਾ ਸਕਦਾ। ਬਾਕੀ ਜਿਹੜੀਆਂ ਕਈ ਜਿਹੜੇ ਅੱਛੇ ਸਕੂਲ ਹੈਗੇ ਆ ਉਹਨਾਂ ਨੇ ਔਨਲਾਈਨ ਕਲਾਸਿਸ ਵੀ ਸ਼ੁਰੂ ਕਰ ਲਈਆਂ ਅਤੇ ਉਹਦੇ ਨਾਲ ਵੀ ਕਾਫੀ ਜਿਹੜਾ ਬਰਡਨ ਹੈਗਾ ਉਹ ਅੱਜ ਕੱਲ੍ਹ ਸਾਰੇ ਔਨਲਾਈਨ ਹੋ ਜਾਂਦੇ ਆ ਅਤੇ ਉਹ ਘਟ ਜਾਊਗਾ ਅਤੇ ਉਹਦੇ ਨਾਲ ਸਟਰੈਂਥ ਦੀ ਵੀ ਜਿਹੜੀ ਆਪਾਂ ਨੂੰ ਉਹ ਮਸਲਾ ਨਹੀਂ ਆਏਗਾ। ਅੱਛਾ ਸਰ, ਇਜ਼ਰਾਈਲ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਨੇ ਮੈਡੀਸਨ ਬਣਾ ਲਿੱਤੀ ਹੈ ਕਰੋਨਾ ਵਾਇਰਸ ਦੀ, ਅਤੇ ਜੇ ਬਣਾ ਲਿੱਤੀ ਹੈ ਤਾਂ ਕਿੰਨੀ ਦੇਰ 'ਚ ਉਹ ਇੰਡੀਆ ਤੱਕ ਆ ਸਕਦੀ ਹੈ ਅਤੇ ਕੀ ਉਹਦੇ ਇਫੈਕਟ ਤੁਹਾਨੂੰ ਲੱਗਦੇ ਹੈ? ਇਹ ਜਿਹੜੀ ਚੀਜ਼ ਤੁਸੀਂ ਸਵਾਲ ਕਰ ਰਹੇ ਹੋ ਇਹਦੇ ਬਾਰੇ ਹਾਲੇ ਕੋਈ ਵੀ ਬੰਦਾ ਜਾਂ ਕੋਈ ਸਾਡਾ ਐਕਸਪਰਟ ਜਿਹੜਾ ਇਹਦੇ 'ਤੇ ਟਿੱਪਣੀ ਨਹੀਂ ਕਰ ਸਕਦਾ, ਕਿਉਂਕਿ ਹਾਲੇ ਤੱਕ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਬਣੀ ਜਿਹੜੀ ਫਾਈਨਲੀ ਜਿਹੜੀ ਹਿਊਮਨ ਟਰਾਇਲ ਪਾਸ ਕਰਕੇ ਅੱਗੇ ਪਹੁੰਚ ਗਈ ਹੋਵੇ ਅਤੇ ਜਿਹਨੂੰ ਆਪਾਂ ਇਹ ਕਹਿ ਸਕੀਏ ਵੀ ਹੁਣ ਇਹ ਆਪਾਂ ਵੈਕਸੀਨ ਹੈ ਚਾਹੇ ਉਹ ਮੈਡੀਸਨ ਹੈ ਵੀ ਹੁਣ ਇਹ ਯੂਜ਼ ਕੀਤੀ ਜਾ ਸਕਦੀ ਹੈ। ਇਟ ਇਜ਼ ਸ਼ੋਰ ਹਾਲੇ ਇੱਦਾਂ ਦੀ ਕੋਈ ਚੀਜ਼ ਨਹੀਂ ਬਣੀ। ਠੀਕ ਹੈ, ਜਦੋਂ ਉਹ ਚੀਜ਼ ਬਣੇਗੀ ਅਤੇ WHO ਵੱਲੋਂ ਵੀ ਅਪਰੂਵ ਕੀਤੀ ਜਾਏਗੀ ਤਾਂ ਆਪਣੇ ਕੰਟਰੀ 'ਚ ਜਿਹੜੀ ਹੈਗੀ ਹੈ ਹਰ ਤਰ੍ਹਾਂ ਦੀ ਸੁਵਿਧਾ ਹੈਗੀ ਹੈ। ਜੇ ਕੋਈ ਫਾਰਮੂਲਾ ਬਣ ਜਾਂਦਾ, ਕੋਈ ਡਰੱਗ ਆ ਜਾਂਦੀ ਹੈ, ਮੈਨੂੰ ਲੱਗਦਾ ਨਹੀਂ ਵੀ ਬਹੁਤੀ ਦਿੱਕਤ ਆਏਗੀ ਉਹਦੀ ਮੈਨੂਫੈਕਚਰਿੰਗ 'ਚ। ਅੱਛਾ ਸਰ, ਮੋਹਾਲੀ ਜ਼ਿਲ੍ਹੇ ਦੇ ਵਿੱਚ ਰੂਟੀਨ ਟੈਸਟਿੰਗ ਕਿੰਨੀ ਕਰ ਰਹੇ ਹੋ ਤੁਸੀਂ? ਡੇਲੀ ਦੇ ਕਿੰਨੇ ਟੈਸਟ ਹੋ ਰਹੇ ਨੇ? ਅਸੀਂ ਤਕਰੀਬਨ ਡੇਲੀ ਦੇ 100 ਦੇ ਕਰੀਬ ਟੈਸਟ ਕਰ ਲੈਂਦੇ ਹਾਂ ਅਤੇ ਹੁਣ ਤੱਕ ਸਾਡੇ ਤਕਰੀਬਨ 3700 ਸਮਥਿੰਗ ਟੈਸਟ ਜਿਹੜੇ ਆ ਉਹ ਹੋ ਚੁੱਕੇ ਆ ਅਤੇ ਉਹਨਾਂ 'ਚੋਂ ਇਹ 105 ਜਿਹੜੇ ਆ ਪੋਜ਼ੀਟਿਵ ਆਏ ਸੀ। ਹੁਣ ਵੀ ਚਾਹੇ ਸਾਡੇ ਕੋਲ ਕੇਸ ਨਹੀਂ ਵੀ ਆਏ ਹੈਗੇ ਪਿਛਲੇ ਕੁਝ ਦਿਨਾਂ ਤੋਂ, ਤਾਂ ਵੀ ਸਾਡੀ ਫਲੂ ਕਾਰਨਰਸ ਦੇ ਜਿਹੜੀ ਹੈਗੀ ਆ ਡੇਲੀ ਸੈਂਪਲਿੰਗ ਚੱਲ ਰਹੀ ਹੈ, ਜਿਹੜੀ ਕਿ ਜਿਵੇਂ ਇੱਥੇ ਆਪਣਾ ਡਿਸਟ੍ਰਿਕਟ ਹਸਪੀਟਲ ਹੈ,
ਜਾਂ ਸਾਡੇ 2 ਸਬ ਡਿਵੀਜ਼ਨ ਦੇ ਹਸਪੀਟਲ ਨੇ, ਖਰੜ ਤੇ ਡੇਰਾਬੱਸੀ, ਪਲੱਸ ਸਾਡੇ ਕਈ ਕਮਿਊਨਿਟੀ ਹੈਲਥ ਸੈਂਟਰ ਨੇ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੈਗੀ ਆ, ਜਿਵੇਂ ਇਹ ਹੈਗੀ ਆ ਢਕੌਲੀ, ਤੇ ਇਸੇ ਤਰੀਕੇ ਨਾਲ ਇੱਕ ਉੱਥੇ ਇੰਡਸਟਰੀਅਲ ਏਰੀਆ ਹੈਗਾ ਥੋੜ੍ਹਾ ਜ਼ਿਆਦਾ ਬੰਦਾ ਲਾਲੜੂ, ਅਸੀਂ ਉੱਥੇ ਵੀ ਜਾਣੀ ਇਹ ਸੈਂਪਲਿੰਗ ਜਿਹੜੀ ਆ ਸ਼ੁਰੂ ਕਰਾ ਦਿੱਤੀ ਆ। ਇਹ 5 ਜਗ੍ਹਾ ਤੇ ਜਿਹੜੇ ਸਾਡੇ ਫੀਲਡ ਵਰਕਰਸ ਨੇ ਉਹ ਆਪਣਾ ਰੂਟੀਨ ਸਰਵੇ ਕਰਦੇ ਰਹਿੰਦੇ ਨੇ, ਤੇ ਉਹਨਾਂ ਨੂੰ ਵੀ ਜੇ ਕੋਈ ਲੱਗਦਾ ਹੈਗਾ, ਸਾਡੀ ਆਸ਼ਾ ਵਰਕਰ ਨੂੰ ਜੇ ਇਹਨਾਂ ਨੂੰ ਕੋਈ ਲੱਗਦਾ ਹੈ ਵੀ ਆਪਾਂ ਕੋਈ ਕੇਸ ਹੋ ਸਕਦਾ ਜਾਂ ਇਹਨੂੰ ਥੋੜ੍ਹਾ ਜਿਹਾ ਮਾਈਲਡ ਜਾਂ ਸਾਨੂੰ ਲੱਗਦਾ ਹੈ ਜ਼ੁਕਾਮ ਹੋ ਗਿਆ, ਬੁਖਾਰ ਹੋ ਗਿਆ, ਇੱਦਾਂ ਦਾ ਕੋਈ ਵੀ ਕੇਸ ਹੈ, ਉਹਨੂੰ ਅਸੀਂ ਇੱਥੇ ਫਲੂ ਕਾਰਨਰ 'ਤੇ ਲੈ ਆਉਂਦੇ ਹਾਂ ਤੇ ਫਿਰ ਉਹਦੀ ਸੈਂਪਲਿੰਗ ਕਰਦੇ ਹਾਂ। ਸਰ 25 ਮਈ ਨੂੰ ਜਿਹੜੀਆਂ ਡੋਮੈਸਟਿਕ ਫਲਾਈਟ ਸ਼ੁਰੂ ਹੋਣ ਜਾ ਰਹੀਆਂ ਤੇ ਮੋਹਾਲੀ ਏਅਰਪੋਰਟ ਵੀ ਹੈ, ਤੇ ਇੱਕ ਦੂਜੀ ਸਟੇਟ ਤੋਂ ਜਿਹੜੀ ਇਹ ਬਿਮਾਰੀ ਹੈ ਸਪਰੈਡ ਹੋਣ ਦਾ ਵੀ ਖਤਰਾ ਬਣੂਗਾ, ਤੇ ਮੋਹਾਲੀ ਕੀ ਪ੍ਰਬੰਧ ਕਰੂਗਾ? ਮੋਹਾਲੀ ਜ਼ਿਲ੍ਹਾ ਜਿਹੜੇ ਬਾਹਰੋਂ ਲੋਕ ਆਉਣਗੇ ਉਹਨਾਂ ਨੂੰ ਰੋਕਣ ਵਾਸਤੇ ਕੀ ਉਹਨਾਂ ਨੂੰ ਕੁਆਰੰਟਾਈਨ ਕਰੇਗਾ? ਕਿਆ ਪ੍ਰਬੰਧ ਕੀਤੇ ਜਾਣਗੇ? ਦੇਖੋ, ਜਿਹੜੀਆਂ ਤਾਂ ਇੰਟਰਨੈਸ਼ਨਲ ਫਲਾਈਟਸ ਆ ਰਹੀਆਂ ਉਹਦੇ ਬਾਰੇ ਸਾਡੇ ਸਟੇਟ ਹੈਲਥ ਡਿਪਾਰਟਮੈਂਟ ਨੇ ਗਾਈਡਲਾਈਨ ਦੇ ਦਿੱਤੀਆਂ। ਉਹਦੇ 'ਚ ਅਸੀਂ ਗਵਰਨਮੈਂਟ ਨੇ ਉਹਨਾਂ ਨੂੰ ਚਾਹੇ ਆਪਣੀ ਸਟੇਟ ਕੁਆਰੰਟਾਈਨ 'ਚ ਰੱਖਣ ਜਾਂ ਜੇ ਉਹ ਹੋਟਲ ਵਗੈਰਾ 'ਚ ਐਗਰੀ ਕਰਦੇ ਨੇ ਤਾਂ ਉਹਨਾਂ 'ਚ ਰੱਖਿਆ ਜਾਏਗਾ ਫॉर ਫੁੱਲ 14 ਡੇਜ਼, ਨੋ ਰਿਲੈਕਸੇਸ਼ਨ। ਔਰ ਇਹਦੇ 14 ਡੇਜ਼ ਦੇ ਵਿੱਚ ਦੌਰਾਨ ਉਹਨਾਂ ਦੀ ਸੈਂਪਲਿੰਗ ਵੀ ਹੋਈ, ਕਿਉਂਕਿ ਬਾਹਰਲੇ ਮੁਲਕਾਂ ਤੋਂ ਜੋ ਲੋਕ ਆਉਂਦੇ ਆ ਤਾਂ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿ ਉਹਦੇ 'ਚ ਪੋਜ਼ਿਟਿਵਿਟੀ ਹੋ ਸਕਦੀ ਹੈ। ਸੋ ਟੂ ਰੂਲ ਆਊਟ ਦੈਟ ਥਿੰਗ ਵੀ ਵਿਲ ਡੂ ਦੈਟ ਥਿੰਗ ਸੋ ਦੈਟ ਇਹ ਸਪਰੈਡ ਜਿਹੜੀ ਹੈ ਨਾ ਹੋਵੇ। ਜਿੱਥੋਂ ਤੱਕ ਡੋਮੈਸਟਿਕ ਦਾ ਹੈ ਉਹਦੇ ਬਾਰੇ ਤਾਂ ਗਾਈਡਲਾਈਨ ਜਿਹੜੀ ਹੈ ਹਲੇ ਆਉਣੀ ਹੈ, 25 ਤਰੀਕ ਤੋਂ ਭਾਵੇਂ ਸ਼ੁਰੂ ਹੋ ਰਹੀ ਹੈ। ਇਹ ਸਾਨੂੰ ਡੇਲੀ ਗਾਈਡਲਾਈਨਸ ਆਉਂਦੀਆਂ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸਾਡੇ ਇੱਕ ਐਕਸਪਰਟ ਕਮੇਟੀ ਸਟੇਟ ਲੈਵਲ ਦੀ ਬਣੀ ਹੋਈ ਹੈ, ਤਲਵਾਰ ਸਾਹਿਬ ਵੀ ਆ ਉਹਦੇ 'ਚ, ਜੀ ਵੀ ਹੈ ਡਾਕਟਰ, ਤੇ ਉਹ ਬਣਾ ਕੇ ਫਿਰ ਸਾਨੂੰ ਗਾਈਡਲਾਈਨ ਦਿੰਦੇ ਆ। ਸੋ ਜਿਸ ਤਰ੍ਹਾਂ ਦਾ ਵੀ ਗਾਈਡਲਾਈਨ ਆਏਗੀ ਪ੍ਰੋਟੋਕੋਲ ਦੇ ਹਿਸਾਬ ਨਾਲ ਅਸੀਂ ਉਹਨੂੰ ਇੰਪਲੀਮੈਂਟ ਕਰਾਂਗੇ। ਬੇਸਿਕਲੀ ਹੁੰਦਾ ਕੀ ਹੈ ਵੀ ਜਦੋਂ ਆਪਾਂ ਕੋਈ ਵੀ ਗਾਈਡਲਾਈਨ ਮਹਿਕਮੇ ਵੱਲੋਂ ਜਾਂ ਉਹਨਾਂ ਦੇ ਸਾਰੇ ਮੁਲਾਜ਼ਮਾਂ ਵੱਲੋਂ ਸਹੀ ਤਰੀਕੇ ਨਾਲ ਇੰਪਲੀਮੈਂਟ ਕਰਤੀ ਜਾਵੇ ਤੇ ਜਿਹੜੀ ਜਨਤਾ ਤੋਂ ਐਕਸੈਪਟ ਕਰ ਲਿਆ ਜਾਏ ਤੇ ਉਹਦੇ 'ਚ ਆਪਣਾ ਪੂਰਾ ਰਿਲੀਜੀਅਸਲੀ ਫੋਲੋ ਕਰ ਲਿਆ ਜਾਏ ਤਾਂ ਜਿਹੜੀ ਇਹ ਚੀਜ਼ਾਂ ਨੇ ਉਹ ਠੀਕ ਹੋ ਜਾਂਦੀਆਂ। ਅੱਛਾ ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਕਰੋਨਾ ਵਾਇਰਸ ਨੇੜਲੇ ਭਵਿੱਖ 'ਚ ਖਤਮ ਹੋ ਸਕਦਾ? ਜੇ ਨਹੀਂ ਹੁੰਦਾ ਤਾਂ ਲੋਕਾਂ ਨੂੰ ਲਾਈਫ ਸਟਾਈਲ ਆਪਣੇ ਜੀਵਨ ਦੇ ਵਿੱਚ ਕੀ ਇਹਨੂੰ ਸਵੀਕਾਰ ਕਰਦੇ ਹੋਏ ਅੱਗੇ ਵਧਣਾ ਪਏਗਾ? ਜਿਵੇਂ ਬਾਕੀਆਂ ਬਿਮਾਰੀਆਂ ਸਾਰਸ ਵਗੈਰਾ ਹੋਰ ਵੀ H1N1 ਫਲੂ ਸੀਗਾ, ਉਹ ਵੀ ਖਤਮ ਨਹੀਂ ਹੋਇਆ, ਅਸੀਂ ਉਹਦੇ ਨਾਲ ਵੀ ਅੱਗੇ ਵਧ ਰਹੇ ਨੇ, ਤੇ ਜੇ ਵਧਣਗੇ ਤਾਂ ਕਿਵੇਂ ਵਧਣਗੇ? ਦੇਖੋ, ਜਿਵੇਂ ਸਵਾਈਨ ਫਲੂ ਦੀ ਆਪਾਂ ਗੱਲ ਕੀਤੀ ਹੈ, ਜੇ ਆਪਾਂ ਖਤਮ ਨਹੀਂ ਹੋਇਆ ਤਾਂ ਸਾਡੇ ਕੋਲ ਐਟਲੀਸਟ ਹੁਣ ਮੋਰਟੈਲਿਟੀ ਉਨੀ ਨਹੀਂ ਰਹੀ ਜਿਹੜੀ ਇੱਕ ਵਾਰ ਆਪਣੇ ਸਟੇਜ 'ਤੇ ਆਈ ਸੀ। ਟੈਮੀਫਲੂ ਨਾਂ ਦੀ ਡਰੱਗ ਹੈ, ਜੇ ਕਿਸੇ ਨੂੰ ਹੁੰਦਾ ਤਾਂ ਅਸੀਂ ਸਾਰੇ ਪਰਿਵਾਰ ਨੂੰ ਪਹਿਲਾਂ ਹੀ ਜਾ ਕੇ ਖਵਾ ਦਿੰਦੇ ਹਾਂ, ਉਹਨਾਂ ਦੀ ਕੰਟੈਕਟ ਟ੍ਰੇਸਿੰਗ ਕਰਕੇ, ਅੱਗੇ ਉਹਨਾਂ ਨੂੰ ਨਹੀਂ ਹੁੰਦਾ। ਸਿਮਿਲਰਲੀ ਸਾਡੇ ਕੈਟਾਗਰੀ ਜਿਹੜੀ ਸੀ ਵਾਲੇ ਕੇਸਿਸ ਆ ਉਹਨਾਂ ਨੂੰ ਅਸੀਂ ਜੇ ਹਸਪਤਾਲ 'ਚ ਆਉਂਦੇ ਆ ਤਾਂ ਪਹਿਲਾਂ ਹੀ ਖਵਾ ਦਿੰਦੇ ਹਾਂ, ਤੇ ਉਹਦਾ ਇੰਸੀਡੈਂਸ ਜਿਹੜਾ ਹੈ ਬਹੁਤ ਘਟਿਆ ਹੈਗਾ। ਪਿਛਲੇ ਸਾਲ ਮੋਹਾਲੀ 'ਚ ਹੀ ਇਹ ਤਕਰੀਬਨ ਮੇਰਾ ਖਿਆਲ 60 ਕੇਸ ਸੀਗੇ ਜਿਹੜੇ ਸਵਾਈਨ ਫਲੂ ਦੇ ਸੀ, ਔਰ ਐਤਕੀ ਹਾਰਡਲੀ 3 ਕੇਸ ਹੋਏ। ਸੋ ਦਿਸ ਸ਼ੋਜ਼ ਕਿ ਵੀ ਜੇ ਆਪਾਂ ਲੋਕੀ ਉਹਨੂੰ ਫੋਲੋ ਕਰ, ਜੇ ਲੋਕੀ ਨਾ ਦੱਸਣ ਵੀ ਇਹਨੂੰ ਹੋਇਆ ਉਹਨੂੰ ਲੁਕੋ ਲੈਣ, ਤਾਂ ਨੈਚੁਰਲੀ ਇਹ ਇੱਕ ਨੂੰ ਨਹੀਂ ਫਿਰ ਘਰ ਦੇ 10 ਨੂੰ ਜੀਆਂ ਨੂੰ 8 ਨੂੰ ਹੋ ਜੂਗਾ। ਜਦੋਂ ਮੈਂ ਤਾਂ ਹੀ ਕਹਿ ਰਿਹਾ ਵੀ ਲੋਕਾਂ ਦੀ ਇਨਵੋਲਵਮੈਂਟ ਹਰ ਇੱਕ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮੇਰੀ ਰਿਕੁਐਸਟ ਵੀ ਹੈ ਤੁਹਾਡੇ ਮੀਡੀਆ ਦੇ ਦੌਰਾਨ ਦੇ ਲਈ ਵੱਲੋਂ ਵੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਇਹ ਸਾਡੀ ਅਪੀਲ ਹੈ ਵੀ ਆਪਾਂ ਇਹਨੂੰ ਰਿਲੀਜੀਅਸਲੀ ਫੋਲੋ ਕਰੀਏ। ਜਿੰਨੀਆਂ ਆਪਾਂ ਨੂੰ ਡਾਇਰੈਕਸ਼ਨਸ ਦਿੰਦੀ ਹੈ ਸਰਕਾਰ ਜਾਂ ਮਹਿਕਮਾ ਦਿੰਦਾ ਹੈਗਾ, ਉਹ ਬਹੁਤ ਸਾਰੇ ਵੱਡੇ ਬੰਦੇ ਬੈਠ ਕੇ ਸਾਰੇ ਡਾਟੇ ਨੂੰ ਐਨਾਲਿਸਿਸ ਕਰਕੇ ਉਹਨੂੰ ਇੱਕ ਇੱਕ ਪੁਆਇੰਟ ਉਹ ਕਰਿਆ ਜਾਂਦਾ ਤਾਂ ਕਿ ਵੀ ਉਹਨੂੰ ਜਿਹੜੀ ਹੈ ਉਹਦਾ ਫਾਇਦਾ ਹੀ ਹੈ ਹਰ ਇੱਕ ਬੰਦੇ ਲਈ। ਪਹਿਲੀ ਗੱਲ ਤਾਂ ਤੁਸੀਂ ਆਪ ਬਚੋਗੇ, ਦੂਜੀ ਗੱਲ ਤੁਸੀਂ ਆਪਦੇ ਜੀਆਂ ਨੂੰ ਬਚਾਓਗੇ, ਔਰ ਜੇ ਆਪਾਂ ਆਪਣੇ ਲਈ ਨਹੀਂ ਕਰ ਸਕਦੇ ਤਾਂ ਆਪਾਂ ਹੋਰ ਲੋਕਾਂ ਲਈ ਕਿਵੇਂ ਇਹਨੂੰ ਬਚਾ ਕਰ ਸਕਦੇ ਹਾਂ? ਜੇ ਬੰਦਾ ਇਹੀ ਸੋਚਣ ਲੱਗ ਜੇ, ਹਰੇਕ ਬੰਦਾ, ਮੈਂ ਇਹ ਕਹਿਣਾ ਚਾਹੂੰਗਾ ਜੇ ਸਾਡੇ ਮੋਹਾਲੀ ਨਿਵਾਸੀਆਂ ਦਾ ਮੈਂ ਸ਼ੁਕਰਗੁਜ਼ਾਰ ਵੀ ਹਾਂ ਵੀ ਉਹਨਾਂ ਨੇ ਕਾਫੀ ਹੱਦ ਤੱਕ ਸਾਡੀਆਂ ਗੱਲਾਂ ਨੂੰ ਮੰਨਿਆ, ਤਾਂ ਹੀ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ। ਜੇ ਉਹਨਾਂ ਨੇ ਸਾਰਾ ਕੁਝ ਰੂਲ ਵਾਇਲੇਸ਼ਨ ਕੀਤੇ ਹੁੰਦੇ ਤਾਂ ਇਹ ਸਥਿਤੀ ਅੱਜ ਨਹੀਂ ਸੀ ਹੋਣੀ। ਸੋ ਮੇਰਾ ਇਹ ਹੈ ਵੀ ਜੇ ਹਰ ਇੱਕ ਬੰਦਾ ਹੀ ਇਹ ਸੋਚਣ ਲੱਗ ਜਾਏ ਤਾਂ ਕਿਸੇ ਬਾਰੇ ਵੀ ਨਾ ਸੋਚੇ ਵੀ ਮੈਂ ਆਪ ਵੀ ਬਚਣਾ ਤੇ ਆਪਣੇ ਪਰਿਵਾਰ ਨੂੰ ਵੀ ਬਚਾਉਣਾ, ਦਿਸ ਇਜ਼ ਮੋਰ ਦੈਨ ਇਨਫ। ਤੇ ਮਾਸਕ ਇੱਦਾਂ ਹੀ ਚੱਲਣਗੇ ਸਰ?
ਜਿੰਨਾ ਚਿਰ ਤੱਕ ਇਹ ਮਾਸਕ ਦਾ ਜਿਹੜਾ ਹੈਗਾ ਅਦਰਵਾਈਜ਼ ਕੋਈ ਰੋਲ ਬਹੁਤਾ ਜ਼ਿਆਦਾ ਨਹੀਂ ਹੁੰਦਾ, ਪਰ ਮਾਸਕ ਦਾ ਰੋਲ ਇਸ ਕਰਕੇ ਆ ਵੀ ਸਾਨੂੰ ਹਲੇ ਇਹ ਨਹੀਂ ਪਤਾ ਵੀ ਜਿਹੜਾ ਦੂਜੇ ਵਾਲਾ ਬੰਦਾ ਹੈਗਾ ਉਹ ਕਿਤੇ ਇਨਫੈਕਟਡ ਤਾਂ ਨਹੀਂ, ਪੋਜ਼ਿਟਿਵ ਕੇਸ ਤਾਂ ਨਹੀਂ ਹੈ, ਕੈਰੀਅਰ ਤਾਂ ਨਹੀਂ ਹੈ, ਇਹ ਸਿੰਪਟੋਮੈਟਿਕ ਹੋਵੇ ਤੇ ਉੱਦਾਂ ਪੋਜ਼ਿਟਿਵ ਕੇਸ ਹੋਵੇ। ਠੀਕ ਹੈ, ਤਾਂ ਇਹ ਨਾ ਹੋਵੇ ਵੀ ਸਾਨੂੰ ਫੈਲ ਜੇ ਦੋਨੋਂ ਬੰਦਿਆਂ ਨੇ ਮਾਸਕ ਲਾਏ ਹੋਏ ਆ ਤੇ ਉਹ ਜੇ ਕਿਸੇ ਤਰੀਕੇ ਨਾਲ ਕੋਲ ਬੈਠ ਕੇ ਗੱਲਾਂ ਵੀ ਕਰਨੀਆਂ ਤਾਂ ਉਹਦੇ 'ਚ ਇੰਸੀਡੈਂਸ ਤਕਰੀਬਨ 1% ਤੋਂ ਵੀ ਘੱਟ ਰਹਿ ਜਾਂਦਾ ਸਭ, ਇੰਨੀ ਸੇਫਟੀ ਹੈ। ਸੋ ਦੂਜੀ ਗੱਲ ਹੈ, ਇਹ ਜਿਹੜੀ ਇਨਫੈਕਸ਼ਨ ਹੈਗੀ ਹੈ ਉਹ ਡ੍ਰੌਪਲੈਟ ਇਨਫੈਕਸ਼ਨ ਹੁੰਦੀ ਹੈ। ਜਦੋਂ ਤੁਸੀਂ ਮਾਸਕ ਲਗਾਇਆ ਹੋਇਆ ਐਟਲੀਸਟ ਜੇ ਤੁਸੀਂ ਬਿਮਾਰ ਵੀ ਹੋ ਤਾਂ ਤੁਸੀਂ ਡ੍ਰੌਪਲੈਟ ਤੇ ਦੂਜਾ ਜਾਣਾ ਬਚ। ਡ੍ਰੌਪਲੈਟ ਕਿੰਨੀ ਦੂਰ ਤੱਕ ਪਹੁੰਚ ਸਕਦਾ ਹੈ? ਅਸੀਂ ਜਿਹੜਾ ਹੈਗਾ 1 ਮੀਟਰ ਕਹਿੰਦੇ ਹੈਗੇ ਆ, ਪਰ ਅਸੀਂ ਲੋਕਾਂ ਨੂੰ ਹੁਣ ਕਹਿੰਦੇ ਆ ਵੀ 1 ਤੋਂ ਵੀ ਥੋੜ੍ਹਾ ਜਿਹਾ ਜੇ ਜ਼ਿਆਦਾ ਰੱਖ ਲਿਆ ਜਾਏ ਤਾਂ ਚੰਗਾ ਹੈਗਾ, ਪਰ ਉਹ ਤੋਂ ਬਾਅਦ ਇਹ ਜਿਹੜਾ ਹੈਗਾ ਜ਼ਮੀਨ 'ਤੇ ਹੋ ਜਾਂਦਾ ਤੇ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਜਿਹੜੀਆਂ ਸੋਲਿਡ ਚੀਜ਼ਾਂ ਹੈਗੀਆਂ ਜੇ ਉਹਨੂੰ ਤੁਹਾਡੇ ਕੋਲ ਹਾਈਪੋਕਲਾਈਟ ਸੋਲੂਸ਼ਨ ਹੈ ਤਾਂ ਉਹਦੇ ਨਾਲ 1% ਉਹਨੂੰ ਅਸੀਂ ਜਿਹੜੇ ਐਟਲੀਸਟ ਸਟਰਲਾਈਜ਼ ਕਰਦੇ ਆ ਤਾਂ ਕਿ ਜੇ ਕਿਤੇ ਕੋਈ ਹੈਵੀ ਹੈ ਇਨਫੈਕਸ਼ਨ ਤਾਂ ਉਹ ਦੂਰ ਹੁੰਦੀ ਹੈ। ਅਸੀਂ ਹਸਪੀਟਲ ਆਪਣਿਆਂ ਨੂੰ ਵੀ ਸਟਰਲਾਈਜ਼ ਕਰਦੇ ਹਾਂ। ਅਸੀਂ ਜਿਹੜੀ ਐਂਬੂਲੈਂਸ ਵਿੱਚ ਮਰੀਜ਼ ਲੈ ਕੇ ਆਉਂਦੇ ਹਾਂ, ਚਾਹੇ ਉਹ ਸਾਨੂੰ ਪਤਾ ਵੀ ਕੋਵਿਡ ਦਾ ਹੈ ਚਾਹੇ ਨਾਨ ਕੋਵਿਡ ਦਾ ਹੈ, ਅਸੀਂ ਉਹਨਾਂ ਤੋਂ ਬਾਅਦ ਵੀ ਮੋਸਟਲੀ ਅਸੀਂ ਐਂਬੂਲੈਂਸ ਨੂੰ ਇਸੇ ਤਰ੍ਹਾਂ ਡੇਲੀ 1 ਵਾਰੀ ਜਿਹਨੂੰ 1-2 ਵਾਰੀ ਸਟਰਲਾਈਜ਼ ਕਰ ਲੈਂਦੇ ਹਾਂ। ਜੇ ਤਾਂ ਕੋਵਿਡ ਦਾ ਮਰੀਜ਼ ਹੈਗਾ ਕਿਤੇ ਵੀ ਵਾਰਡ 'ਚ ਆ ਜਾਓ ਤਾਂ ਫਿਰ ਇਮੀਡੀਏਟ ਕਰਨਾ ਹੁੰਦਾ ਜੀ। ਠੀਕ ਹੈ, ਜੇ ਈਵਨ ਨਾਨ ਕੋਵਿਡ ਪੇਸ਼ੈਂਟਸ ਵੀ ਸਾਡੇ ਹੁੰਦੇ ਤਾਂ ਵੀ ਉਹਨੂੰ ਇਸੇ ਕਰਕੇ ਕਰਦੇ ਹਾਂ ਵੀ ਤਾਂ ਕਿ ਕਿਸੇ ਦਾ ਕੋਈ ਭੁਲੇਖੇ ਨਾਲ ਵੀ ਜਾਂ ਇਹ ਜਿਹੜੀ ਹੈ ਇਨਫੈਕਸ਼ਨ ਕਿਸੇ ਵੈਂਟੀਲੇਟਰ ਵਗੈਰਾ ਦੀ ਫੈਸਿਲਿਟੀ ਸਰ ਆਪਣੇ ਕੋਲ ਅਵੇਲੇਬਲ ਹੈ? ਵੈਂਟੀਲੇਟਰ ਦਾ ਬੜਾ ਰੋਲਾ ਪਿਆ ਹੈ ਇਹ ਮੀਡੀਆ ਨੇ ਤੇ ਸਿਆਸੀ ਬੰਦਿਆਂ ਨੇ ਸਵਾਲ ਨੇ, ਪਰ ਮੇਰਾ ਸਵਾਲ ਇਹ ਆ ਹਰ ਇੱਕ ਬੰਦੇ ਦਾ ਕਿ ਅੱਜ ਤੱਕ ਜਿੰਨੇ ਹਿੰਦੁਸਤਾਨ 'ਚ ਇਸ ਬਿਮਾਰੀ ਨਾਲ ਬੰਦੇ ਬਿਮਾਰ ਹੋਏ ਨੇ ਕਦੇ ਆਪਾਂ ਸੋਚਿਆ ਵੀ ਉਹਨਾਂ ਨੂੰ ਵੈਂਟੀਲੇਟਰ ਦੀ ਲੋੜ ਪਈ ਜਾਂ ਨਹੀਂ ਪਈ? ਜਿੱਥੋਂ ਤੱਕ ਅਸੀਂ ਮੋਹਾਲੀ 'ਚ ਦੇਖਿਆ ਸਾਡੇ ਕਿਸੇ ਨੂੰ ਨਹੀਂ ਲੋੜ ਪਈ। ਠੀਕ ਹੈ ਨਾ, ਸੋ ਆਲਦੋ ਵੀ ਹੈਵ ਏ ਅਰੇਂਜਮੈਂਟ, ਸਾਡੇ ਕੋਲੇ ਗਿਆਨ ਸਾਗਰ 'ਚ 10 ਬੈੱਡ ਸੀਗੇ, ਅਸੀਂ ਪ੍ਰਾਈਵੇਟ ਹਸਪੀਟਲਾਂ ਨੂੰ ਵੀ ਬਹੁਤ ਨੂੰ ਕੀਤਾ ਹੋਇਆ ਸੀ ਜਿਹਦੇ 'ਚੋਂ ਅਸੀਂ ਘੱਟੋ ਘੱਟ 35-40 ਤਾਂ ਮਤਲਬ ਅਸੀਂ ਉਹਨਾਂ ਦੇ ਵੈਂਟੀਲੇਟਰ ਲਏ ਹੋਏ ਸੀ, 60-70 ਉਹਨਾਂ ਦੇ ਜਿਹੜੇ ਬੈੱਡ ਸੀਗੇ ICU ਦੇ ਅਸੀਂ ਉਹ ਲਏ ਹੋਏ ਸੀਗੇ ਵੀ ਜੇ ਲੋੜ ਪੈ ਗਈ ਤਾਂ ਅਸੀਂ ਉਹਨੂੰ ਯੂਜ਼ ਕਰਾਂਗੇ। ਡਾਕਟਰ ਸਾਹਿਬ ਇਹ ਵੀ ਦੇਖਣ ਨੂੰ ਆਇਆ ਪੂਰੇ ਹਿੰਦੁਸਤਾਨ ਦੇ ਵਿੱਚ ਕਿ ਡਾਕਟਰ ਤਾਂ ਲੋਕਾਂ ਦੀ ਜਾਨ ਬਚਾਉਣ ਜਾ ਰਹੇ ਸੀ ਤੇ ਕਈ ਜਗ੍ਹਾ ਉਹਨਾਂ ਨਾਲ ਬਹੁਤ ਜ਼ਿਆਦਾ ਬਦਸਲੂਕੀ ਵੀ ਹੋਈ। ਕੀ ਕਹਿਣਾ ਚਾਹੋਗੇ ਅਜਿਹੇ ਲੋਕਾਂ ਨੂੰ ਤੁਸੀਂ? ਵੈਸੇ ਤਾਂ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਵੀ ਹੁਣ ਲੋਕਾਂ ਨੂੰ ਆਪ ਸ਼ਰਮ ਆਉਣੀ ਸ਼ੁਰੂ ਹੋ ਗਈ, ਤਾਂ ਹੀ ਤੁਸੀਂ ਮੈਨੂੰ ਇਹ ਸਵਾਲ ਪੁੱਛ ਰਹੇ ਹੋ। ਨਹੀਂ, ਡਾਕਟਰਾਂ ਦੇ ਵਿਚਾਰਿਆਂ ਦੇ ਨਾਲ ਜਾਤੀ ਹੋ ਰਹੀ ਸੀ, ਕਦੇ ਕਿਸੇ ਨੇ ਇਹ ਵੀ ਨਹੀਂ ਸੀ ਪੁੱਛਿਆ ਵੀ ਡਾਕਟਰ ਨਾਲ ਜਾਤੀ ਠੀਕ ਹੋ ਰਹੀ ਹੈ ਗਲਤ ਹੋ ਰਹੀ ਹੈ। ਨਾਓ ਦੀ ਪਬਲਿਕ ਹੈਜ਼ ਰਿਅਲਾਈਜ਼ਡ ਵੀ ਡਾਕਟਰਸ ਆਰ ਸੇਵੀਅਰ ਤੇ ਇਹਨਾਂ ਨਾਲ ਜਾਤੀ ਹੋ ਰਹੀ ਹੈ। ਔਰ ਇਹ ਜਦੋਂ ਇੱਦਾਂ ਦਾ ਸਵਾਲ ਮਨ 'ਚ ਆਉਣਾ ਸ਼ੁਰੂ ਹੋ ਜੇ ਤਾਂ ਬਹੁਤ ਦੂਰ ਨਹੀਂ ਵੀ ਜਾਤੀ ਆਪਣੇ ਆਪ ਬੰਦ ਹੋ ਜੂਗੀ ਔਰ ਜਾਤੀ ਕਰਨ ਵਾਲਿਆਂ ਨੂੰ ਵੀ ਸ਼ਰਮ ਆਊਗੀ ਤੇ ਕਾਨੂੰਨ ਨੂੰ ਵੀ ਤਕੜਾ ਕਾਨੂੰਨ ਬਣਾਉਣਾ ਪਊਗਾ ਇਹੋ ਜਿਹੇ ਬੰਦਿਆਂ ਨੂੰ ਸਜ਼ਾ ਦੇਣੀ। ਇਹ ਸਨ ਡਾਕਟਰ ਮਨਜੀਤ ਸਿੰਘ ਸਿਵਲ ਸਰਜਨ ਮੋਹਾਲੀ, ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਜੇ ਲੋਕ ਚੰਗੇ ਤਰੀਕੇ ਨਾਲ ਪਾਲਣ ਕਰਨਗੇ, ਰਿਲੀਜੀਅਸ ਤਰੀਕੇ ਨਾਲ ਪਾਲਣ ਕਰਨਗੇ ਤਾਂ ਅਸੀਂ ਕਰੋਨਾ ਵਾਇਰਸ ਨੂੰ ਹਰਾ ਸਕਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਲੋਕਡਾਊਨ ਨੂੰ ਖੋਲ੍ਹਿਆ ਜਾ ਸਕਦਾ ਹੈ। ਲੋਕਡਾਊਨ ਤਦੇ ਖੋਲ੍ਹਿਆ ਜਾ ਸਕੇਗਾ ਕਿ ਜੇ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਗੇ ਔਰ ਕਰੋਨਾ ਦੇ ਵਿਰੁੱਧ ਖੁਦ ਇੱਕ ਫੋਰਸ ਦੀ ਤਰ੍ਹਾਂ ਲੜਨਗੇ। ਦਰਸ਼ਕੋ, ਸਮਾਂ ਹੋ ਗਿਆ ਸਾਨੂੰ ਇਜਾਜ਼ਤ ਦੇਣ ਦਾ, ਸਾਨੂੰ ਦਿਓ ਇਜਾਜ਼ਤ। ਧੰਨਵਾਦ।